आत्म परगास। With due respect to the members of the Presidium on the dais and the honourable members in the hall, मैं आप सब ਨੂੰ ਜੀ ਆਇਆਂ ਆਖਦਾ ਹਾਂ। ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਸਰਬੱਤ ਦੇ ਭਲੇ ਦੇ ਕਾਰਜ ਲਈ ਸ਼ਾਮਲ ਹੋਏ ਹੋ। ਆਤਮ ਪ੍ਰਗਾਸ਼ ਸੋਸ਼ਲ ਵੈਲਫੇਅਰ ਕਾਉਂਸਲ ਦਾ ਜੋ ਮਨੋਰਥ ਹੈ ਉਸ ਦੇ ਵਿੱਚ ਭਾਗ ਲੈਣ ਲਈ ਆਏ ਹੋ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ ਅਤੇ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਜਦੋਂ ਅਸੀਂ ਤੁਹਾਨੂੰ ਆਵਾਜ਼ ਮਾਰਾਂਗੇ ਤੁਸੀਂ ਇਸੇ ਹੀ ਜੋਸ਼ ਦੇ ਨਾਲ ਸਾਡੇ ਸ਼ਾਮਲ ਹੁੰਦੇ ਰਹੋਗੇ ਅਤੇ ਅਸੀਂ ਖਿੜੇ ਮੱਥੇ ਦੇ ਨਾਲ ਤੁਹਾਨੂੰ ਵੈਲਕਮ ਕਰਦੇ ਰਹੀਏ। ਜੀ ਆਇਆਂ ਦੇ ਨਾਲ ਨਾਲ ਮੈਂ ਦੋ ਚਾਰ ਗੱਲਾਂ ਖੇਤੀ ਦੇ ਪਿਛੋਕੜ ਅਤੇ ਜੋ ਮੌਜੂਦਾ ਹਾਲਾਤ ਨੇ ਜਿੱਥੇ ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਬਹੁਤ ਬਰੀਫ ਦੇ ਵਿੱਚ ਸਿਰਫ ਦੋ ਤਿੰਨ ਥਾਵਾਂ 'ਤੇ ਮੈਂ ਰੁਕਾਂਗਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਸ ਸੱਚੀ ਸੁੱਚੀ ਕਿਰਤ ਦੇ ਨਾਲ ਜੋੜਿਆ। ਉਹਨਾਂ ਨੇ ਆਪ ਜਿਹੜੇ ਕਿਰਤ ਦੇ ਸਿਧਾਂਤ ਨੂੰ ਖੇਤੀ ਦੇ ਨਾਲ ਉਪਦੇਸ਼ ਹੀ ਨਹੀਂ ਦਿੱਤਾ ਬਲਕਿ ਇਹਨੂੰ ਅਮਲੀ ਜਾਮਾ ਪਹਿਨਾਇਆ। ਕਰਤਾਰਪੁਰ ਵਿਖੇ ਆਪ ਖੇਤੀ ਕੀਤੀ, ਆਪ ਹਲ ਵਾਹਿਆ। ਮੈਂ ਭਾਰਤ ਦੀ ਖੇਤੀ ਦੀ ਹਿਸਟਰੀ ਦੀ ਗੱਲ ਨਹੀਂ ਕਰਨੀ। ਗੱਲ ਗ੍ਰੀਨ ਰੈਵੋਲੂਸ਼ਨ ਜੋ ਪੰਜਾਬ ਦੇ ਵਿੱਚ ਆਇਆ, PAU ਦਾ ਰੋਲ ਰਿਹਾ, ਉਹਦੇ ਬਾਰੇ ਵੀ ਬਹੁਤ ਗੱਲ ਨਹੀਂ ਕਰਨੀ ਪਰ ਕੁਝ ਕੁ ਪੁਆਇੰਟ ਕੁਝ ਕੁ ਨੁਕਤੇ ਜਿਹੜੇ ਹਮੇਸ਼ਾ ਢਕੇ ਰਹਿੰਦੇ ਨੇ ਮੈਂ ਉਹਨਾਂ ਬਾਰੇ ਗੱਲ ਕਰਨੀ ਆ। ਉਹਨਾਂ ਨੁਕਤਿਆਂ ਨੂੰ ਬਾਹਰ ਲਿਆਉਣ ਦੀ ਲੋੜ ਹੈ। ਹਾਲਾਤ ਉਸ ਟਾਈਮ ਦੇ ਉੱਤੇ ਇੱਕ ਤਰ੍ਹਾਂ ਨਾਲ ਭੁੱਖਮਰੀ 60s ਦੇ ਵਿੱਚ ਭੁੱਖਮਰੀ ਵਾਲੀ ਹਾਲਤ ਬਣੀ ਹੋਈ ਸੀ। ਸਾਨੂੰ ਸਭ ਨੂੰ ਪਤਾ ਕਿ ਕਿੱਦਾਂ ਅਨਾਜ ਸਾਡੇ ਕੋਲ ਬਾਹਰੋਂ ਪਹੁੰਚਦਾ ਸੀ। ਯੂਨੀਵਰਸਿਟੀਆਂ ਐਸਟੈਬਲਿਸ਼ ਹੋਈਆਂ 60 ਦੇ ਵਿੱਚ ਪ੍ਰੋਸੈਸ ਸ਼ੁਰੂ ਹੋ ਗਿਆ। PAU 1962 ਦੇ ਵਿੱਚ ਹੋਂਦ ਦੇ ਵਿੱਚ ਆਈ। ਡਾਕਟਰ ਬੋਰਲੌਗ ਸਿਮਟ ਦੇ ਵਿੱਚ ਕਣਕ 'ਤੇ ਕੰਮ ਕਰਦੇ ਸੀ। ਉਹਨਾਂ ਨੇ ਜਦੋਂ ਭਾਰਤ ਨੂੰ ਵਿਜ਼ਿਟ ਕੀਤਾ ਅਤੇ ਉਹਨਾਂ ਨੇ ਮੈਕਸੀਕਨ ਕਣਕਾਂ ਜਿਹੜੀਆਂ ਕਿ ਡਵਾਰਫਿੰਗ ਵਰਾਇਟੀ ਸੀ, ਨੋਰਨ 10 ਜੀਨ ਸੀ ਉਹਨਾਂ ਦੇ ਵਿੱਚ, ਉਹ 14 ਸਟੇਸ਼ਨਾਂ ਦੇ ਉੱਤੇ ਇੰਡੀਆ ਦੇ ਵਿੱਚ ਭੇਜਿਆ। ਉਹਨਾਂ ਦੇ ਵਿੱਚੋਂ ਸਿਰਫ 2 ਸਟੇਸ਼ਨ ਜਿਹੜੇ ਉਹਦੀ ਸਕਸੈਸਫੁਲ ਕ੍ਰੌਪ ਗਰੋ ਕਰ ਸਕੇ। ਉਹ 2 ਸਟੇਸ਼ਨ ਕਿਹੜੇ? PAU ਐਂਡ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਨਿਊ ਦਿੱਲੀ। ਬਾਕੀਆਂ ਕੋਲੋਂ ਸ਼ਾਇਦ ਸਕਸੈਸਫੁਲ ਕ੍ਰੌਪ ਹੀ ਰੇਜ਼ ਨਹੀਂ ਹੋਈ। 1965 ਦੇ ਵਿੱਚ 250 ਟਨ ਮੈਕਸੀਕਨ ਕਣਕਾਂ ਦਾ ਬੀਜ ਆਇਆ। ਉਹਦਾ ਰਿਜ਼ਲਟ ਦੇਖ ਕੇ 1966 ਦੇ ਵਿੱਚ 18,000 ਟਨ ਮੈਕਸੀਕਨ ਕਣਕਾਂ ਦਾ ਬੀਜ ਭਾਰਤ ਦੇ ਵਿੱਚ ਆਇਆ। ਉਸ ਵੇਲੇ ਦੇ ਯੂਨੀਅਨ ਐਗਰੀਕਲਚਰ ਮਿਨਿਸਟਰ ਸੁਬਰਾਮਨੀਅਮ ਸਵਾਮੀ ਇਹਦੇ ਵਿੱਚ ਮੋਹਰੀ ਰਹੇ ਅਤੇ ਇਹ ਸੀਡ ਸਾਰੀਆਂ ਵੀਟ ਗਰੋਇੰਗ ਸਟੇਟਸ ਨੂੰ ਅਲਾਟ ਕੀਤਾ ਗਿਆ। ਬੰਬੇ ਪੋਰਟ ਦੇ ਉੱਤੇ ਇਹ ਸੀਡ ਪਹੁੰਚਿਆ। 2 ਸਟੇਟਾਂ ਨੇ ਸੀਡ ਲੈਣ ਤੋਂ ਇਨਕਾਰ ਕਰ ਦਿੱਤਾ, ਗੁਜਰਾਤ ਐਂਡ ਬਿਹਾਰ। ਕਹਿੰਦੇ ਸਾਨੂੰ ਇਹ ਸੀਡ ਚਾਹੀਦਾ ਨਹੀਂ, ਇਹ ਸਾਡੀ ਰਿਕਮੈਂਡਡ ਲਿਸਟ 'ਤੇ ਹੀ ਨਹੀਂ। ਬਾਕੀ ਸਟੇਟਾਂ ਨੇ ਸੀਡ ਰੇਲਾਂ ਰਾਹੀਂ ਬੁੱਕ ਕਰਵਾਇਆ ਆਪਣੇ ਆਪਣੇ ਡੈਸਟੀਨੇਸ਼ਨ ਦੇ ਉੱਤੇ। ਇੱਕੋ ਇੱਕ ਸਟੇਟ ਪੰਜਾਬ, ਮੈਂ ਸਲਾਮ ਕਰਦਾ ਡਾਕਟਰ GS ਕਾਲਕਟ ਦੀ ਸੋਚ ਨੂੰ ਜਿਨ੍ਹਾਂ ਨੇ ਉਹ ਸੀਡ ਟਰੱਕਾਂ ਦੇ ਰਾਹੀਂ ਪੰਜਾਬ ਦੇ ਵਿੱਚ ਲਿਆਂਦਾ। ਹੁਣ ਔਰ ਸਾਨੂੰ ਪਤਾ ਹੈ ਕਿ ਰੇਲਾਂ ਰਾਹੀਂ ਜੋ ਸੀਡ ਆਉਂਦਾ ਅੱਗੋਂ ਬਿਜਾਈ ਦਾ ਟਾਈਮ ਆ ਰਿਹਾ ਸੀ, ਸੀਡ ਟਾਈਮ ਸਿਰ ਨਹੀਂ ਸੀ ਪਹੁੰਚਣਾ।
ਮੈਨੂੰ याद है एक बारी मैं गंगावती करनाटका तो 50 किलो सीड मक्की का बुक करवाया सी ट्रेन ते, वो अज तक नहीं आया। शायद किसी ने आटा पसवा लिया होना है। हुण इन्नी लेबर कित्थों आवे? 18,000 टन बीज 2-2 किलो थैलियां बनाउणियां। नाभा जेल दे कैदी दी सेवा लई, कैदियां दी सेवा लई गई, 2-2 किलो ਦੀਆਂ ਥੈਲੀਆਂ ਬਣਾਈਆਂ ਗਈਆਂ ਔਰ PAU ਨੇ ਉਹ ਥੈਲੀਆਂ ਕਿਸਾਨਾਂ ਨੂੰ ਦਿੱਤੀਆਂ। ਉਸ ਟਾਈਮ ਦੇ ਉੱਤੇ ਹਾਲਾਤ ਇਹ ਸੀ ਕਿ PAU, ਸਾਇੰਟਿਸਟ, ਫਾਰਮਰਸ, ਪੰਜਾਬ ਗਵਰਨਮੈਂਟ, ਪੰਜਾਬ ਐਡਮਿਨਿਸਟ੍ਰੇਸ਼ਨ ਇੱਕ ਵੈਲ ਆਇਲਡ ਮਸ਼ੀਨ ਦੀ ਤਰ੍ਹਾਂ ਕੰਮ ਕਰ ਰਹੀ ਸੀ। ਸਿੱਟਾ ਗ੍ਰੀਨ ਰੈਵੋਲੂਸ਼ਨ ਸਾਨੂੰ ਸਭ ਨੂੰ ਪਤਾ ਹੈ। ਔਰ ਉਸ ਗ੍ਰੀਨ ਰੈਵੋਲੂਸ਼ਨ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪਈਆਂ। ਸਾਰੇ ਸੰਸਾਰ ਤੋਂ, ਯੂਨੀਵਰਸਿਟੀਆਂ ਤੋਂ ਡੈਲੀਗੇਸ਼ਨਸ ਨੇ PAU ਨੂੰ ਵਿਜ਼ਿਟ ਕੀਤਾ, ਪੰਜਾਬ ਨੂੰ ਵਿਜ਼ਿਟ ਕੀਤਾ। PAU ਦੇ ਸਾਇੰਟਿਸਟ ਨੇ ਦੇਸ਼ ਵਿਦੇਸ਼ਾਂ ਦੇ ਵਿੱਚ ਯੂਨੀਵਰਸਿਟੀਆਂ ਨੂੰ ਵਿਜ਼ਿਟ ਕੀਤਾ, ਫਾਰਮਰਸ ਨੂੰ ਵਿਜ਼ਿਟ ਕੀਤਾ। ਔਰ ਇਸੇ ਸੰਦਰਭ ਦੇ ਵਿੱਚ ਬਹੁਤ ਡੈਲੀਗੇਸ਼ਨ ਆਏ ਗਏ ਹੋਣਗੇ, ਪਰ ਮੈਂ ਗੱਲ ਕਰਦਾ ਜਿੱਥੇ ਮੈਂ ਇਨਵੋਲਵਡ ਸੀ। ਡਾਕਟਰ KS ਔਲਖ ਸਾਹਿਬ ਨੂੰ ਸਾਊਥ ਅਫਰੀਕਾ ਵਾਲਿਆਂ ਨੇ ਬੁਲਾਇਆ। ਉਹ ਇੰਟਰਨੈਸ਼ਨਲ ਰੂਰਲ ਡਿਵੈਲਪਮੈਂਟ ਕਾਨਫਰੰਸ ਕਰਦੇ ਸੀ, ਉਹਦੇ ਉੱਤੇ ਇਹਨਾਂ ਨੂੰ ਬੁਲਾਇਆ। ਅਤੇ ਡਾਕਟਰ ਔਲਖ ਸਾਹਿਬ ਪਤਾ ਨਹੀਂ ਉੱਥੇ ਕਿੱਦਾਂ ਦਾ ਲੈਕਚਰ ਦੇ ਕੇ ਆਏ ਕਿ ਉਹਦੀਆਂ ਗੂੰਜਾਂ ਕਈ ਸਾਲਾਂ ਤੱਕ ਉੱਥੇ ਪੈਂਦੀਆਂ ਰਹੀਆਂ। ਇਹਨਾਂ ਨੂੰ ਅਗਲੇ ਸਾਲ ਫਿਰ ਸੱਦਾ ਆਇਆ। ਡਾਕਟਰ ਸਾਹਿਬ ਨੇ ਮੈਨੂੰ ਹੁਕਮ ਕਰ ਦਿੱਤਾ ਕਿ ਐਤਕੀ ਵਾਰੀ ਤੂੰ ਜਾਣਾ ਆ। ਮੈਂ ਜਾਂਦਾ ਰਿਹਾ। ਉਸ ਤੋਂ ਬਾਅਦ ਡਾਕਟਰ ਕੰਗ ਸਾਹਿਬ ਵਾਈਸ ਚਾਂਸਲਰ ਦੀ ਕੁਰਸੀ ਦੇ ਉੱਤੇ ਆ ਗਏ। ਉਹਨਾਂ ਨੇ ਕੰਟੀਨਿਊਸਲੀ PAU ਨੂੰ ਬੁਲਾਉਂਦੇ ਰਹੇ। ਉਹ ਡਾਕਟਰ ਕੰਗ ਸਾਹਿਬ ਨੂੰ ਬੁਲਾਇਆ, ਉਹਨਾਂ ਨੇ ਮੈਨੂੰ ਵੀ ਬੁਲਾਇਆ, ਬੇਸ਼ੱਕ ਮੈਂ ਉਦੋਂ ਰਿਟਾਇਰ ਹੋ ਚੁੱਕਾ ਸੀ। ਉਹਨਾਂ ਨੇ ਸਾਨੂੰ ਕਿਹਾ ਕਿ ਕਿਸਾਨ ਨੂੰ ਵੀ ਲੈ ਕੇ ਆਓ। ਇੱਕ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਅੱਧਾ ਦਿਨ ਪੂਰਾ PAU ਨੂੰ ਦਿੱਤਾ ਹੋਇਆ ਸੀ। ਡਾਕਟਰ ਕੰਗ ਸਾਹਿਬ ਦਾ ਲੈਕਚਰ ਸੀ, ਮੇਰਾ ਸੀ ਅਤੇ ਉਸ ਕਿਸਾਨ ਦਾ ਸੀ। ਉਹ ਪੰਜਾਬੀ 'ਚ ਬੋਲਿਆ, ਮੈਂ ਨਾਲ ਨਾਲ ਉਹਦਾ ਟਰਾਂਸਲੇਸ਼ਨ ਕਰਦਾ ਸੀ। ਔਰ ਸਾਨੂੰ ਕੋਈ ਟਾਈਮ ਦੀ ਕਮੀ ਨਹੀਂ ਸੀ। ਕਹਿੰਦੇ PAU ਵਾਲੇ ਜਿੰਨਾ ਮਰਜ਼ੀ ਟਾਈਮ ਲੈ ਲਓ, ਬਾਕੀਆਂ ਲਈ ਟਾਈਮ ਲਿਮਿਟ ਸੀ, ਸਾਡੇ ਲਈ ਕੋਈ ਟਾਈਮ ਲਿਮਿਟ ਨਹੀਂ ਸੀ। ਇਹ ਸੀ ਸਤਿਕਾਰ ਜੋ PAU ਨੂੰ ਬਾਹਰ ਦਿੱਤਾ ਜਾਂਦਾ ਸੀ। ਔਰ ਹੋਰ ਵੀ ਬਹੁਤ ਥਾਵਾਂ 'ਤੇ ਮੈਨੂੰ ਆਸ ਹੈ ਕਿ ਇੱਦਾਂ ਹੀ ਹੋਵੇਗਾ। ਹੁਣ ਮੈਂ ਜਿਹੜੀ ਗੱਲ ਨੁਕਤਾ ਮੈਂ ਉਸ ਵੇਲੇ ਦਾ ਯਾਦ ਕਰ ਰਿਹਾ ਔਰ ਅੱਜ ਦੇ ਸੰਦਰਭ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ। ਉਸ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਇੱਕ ਚਾਈਨੀਜ਼ ਇਕੋਨੋਮਿਸਟ ਆਇਆ ਹੋਇਆ ਸੀ। ਮੈਨੂੰ ਉਹਦਾ ਨਾਂ ਤਾਂ ਭੁੱਲ ਗਿਆ, ਪਰ ਉਹਦੀ ਕਹੀ ਹੋਈ ਗੱਲ ਮੈਨੂੰ ਭੁੱਲੀ ਨਹੀਂ। ਉਹ ਥੋੜ੍ਹੇ ਟਾਈਮ ਲਈ ਆਇਆ ਸੀ, ਉਹਨੇ ਜਾਣਾ ਸੀ। ਮੈਂ ਮੌਕਾ ਲੱਭ ਕੇ ਉਹਦੇ ਨਾਲ ਡਿਸਕਸ਼ਨ ਕਰਨ ਦੇ 10-15 ਮਿੰਟ ਲੱਭੇ। ਅਤੇ ਉਹਦਾ ਤੱਤ ਇਹ ਸੀ ਕਿ ਕੋਈ ਵੀ ਡਿਵੈਲਪਮੈਂਟ ਦਾ ਮਾਡਲ ਤੁਸੀਂ ਕਿਤੋਂ ਚੁੱਕ ਕੇ ਦੂਜੀ ਥਾਂ ਦੇ ਉੱਤੇ ਨਹੀਂ ਲਾ ਸਕਦੇ। ਯੂ ਵਿਲ ਹੈਵ ਟੂ ਡਿਵੈਲਪ ਯੂਰ ਓਨ ਮਾਡਲ। ਤੁਸੀਂ ਦੂਜਿਆਂ ਦੇ ਡਿਵੈਲਪਮੈਂਟ ਮਾਡਲ ਤੋਂ ਕੁਝ ਤੰਦਾਂ ਤਾਂ ਚੁੱਕ ਸਕਦੇ ਹੋ, ਇੱਥੋਂ ਇੱਕ ਤੰਦ ਚੁੱਕ ਸਕਦੇ ਹੋ, ਦੂਜੀ ਥਾਂ ਤੋਂ ਇੱਕ ਤੰਦ ਚੁੱਕ ਸਕਦੇ ਹੋ। ਆਪਣੇ ਲੋਕਲੀ ਡਿਵੈਲਪਡ ਮਾਡਲ ਦੇ ਵਿੱਚ ਉਹ ਤੰਦਾਂ ਨੂੰ ਗੁੰਦ ਸਕਦੇ ਹੋ, ਆਪਣਾ ਮਾਡਲ ਕ੍ਰੀਏਟ ਕਰ ਸਕਦੇ ਹੋ। ਉਹ ਤੁਹਾਡਾ ਮਾਡਲ ਕੰਮ ਕਰੇਗਾ, ਪਰ ਇੰਪੋਰਟਡ ਮਾਡਲ ਬਿਲਕੁਲ ਕੰਮ ਨਹੀਂ ਕਰੇਗਾ। ਔਰ ਅੱਜ ਮੈਂ ਜੋ ਦੇਖ ਰਿਹਾ, ਭਾਰਤ ਸਰਕਾਰ ਇੱਕ ਫੇਲ ਹੋਇਆ ਮਾਡਲ ਚੁੱਕ ਕੇ ਸਾਡੇ ਸਿਰ ਦੇ ਉੱਤੇ, ਸਾਡੇ ਕਿਸਾਨਾਂ ਦੇ ਉੱਤੇ ਥੋਪ ਰਹੀ ਹੈ। ਇਹ ਚੰਗੀ ਗੱਲ ਨਹੀਂ, ਇਹ ਕਿਸਾਨਾਂ ਦੇ ਭਲੇ ਦੀ ਗੱਲ ਨਹੀਂ ਔਰ ਦੇਸ਼ ਦੇ ਭਲੇ ਦੀ ਗੱਲ ਵੀ ਨਹੀਂ। ਇਹ ਮਸਲਾ ਰੋਜ਼ੀ ਰੋਟੀ ਦਾ ਆ, ਇਹ ਲਾਈਵਲੀਹੁੱਡ ਦਾ ਮਸਲਾ ਸਾਡੇ ਕਿਸਾਨਾਂ ਦਾ। ਇਹ ਕਿੱਤਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਅਸੀਂ ਇਸ ਤੋਂ ਪਿੱਛੇ ਹਟ ਨਹੀਂ ਸਕਦੇ।
तकरीबन 200 ਦੇ ਲਾਗੇ किसान इस संघर्ष ਦੇ ਵਿੱਚ ਸ਼ਹੀਦੀਆਂ ਪਾ ਚੁੱਕੇ ਨੇ। ਉਹਨਾਂ ਦੀ ਪਰਿਵਾਰਾਂ ਦੀ ਸਾਂਭ ਸੰਭਾਲ ਦੇ ਲਈ ਆਤਮ ਪ੍ਰਕਾਸ਼ ਸੰਗਤ ਦੇ ਸਹਿਯੋਗ ਨਾਲ ਉਪਰਾਲਾ ਕਰੇਗਾ। ਔਰ ਇਹ ਤੇ ਜਿੱਦਾਂ 10ਵੇਂ ਪਾਤਸ਼ਾਹ ਨੇ ਨਾ ਭਾਈ ਕਨ੍ਹਈਆ ਨੂੰ ਮੱਲਮ ਦੀ ਡੱਬੀ ਦਿੱਤੀ ਸੀ ਕਿ ਜ਼ਖਮੀਆਂ ਨੂੰ ਇਹ ਮੱਲਮ ਲਾਣੀ ਹੈ, ਇਹ ਨਹੀਂ ਦੇਖਣਾ ਕਿ ਜ਼ਖਮੀ ਕੌਣ ਹੈ। ਸੋ ਆਤਮ ਪ੍ਰਕਾਸ਼ ਨੇ ਉਹ ਮੱਲਮ ਵਾਲੀ ਡੱਬੀ ਬ੍ਰਹਮੰਡ ਦੇ ਵਿੱਚੋਂ ਪਕੜੀ ਹੈ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਪੀੜਤ ਪਰਿਵਾਰਾਂ ਦੇ ਰਾਹਤ ਦੇਣ ਦੇ ਲਈ ਉਹ ਮੱਲਮ ਲਗਾਈ ਜਾਵੇ। ਔਰ ਸਾਨੂੰ ਪੂਰੀ ਉਮੀਦ ਹੈ ਕਿ ਸੰਗਤ ਇਸ ਦੇ ਵਿੱਚ ਪੂਰਾ ਯੋਗਦਾਨ ਪਾਏਗੀ ਔਰ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਵਾਂਗੇ। ਹੁਣ ਮੈਂ ਗੱਲ ਆਤਮ ਪ੍ਰਕਾਸ਼ ਦੀ ਕਰਾਂ, ਜਿਹੜਾ ਇਹ ਸਾਰਾ ਉਪਰਾਲਾ ਕਰ ਰਿਹਾ ਹੈ। ਆਤਮ ਪ੍ਰਕਾਸ਼ ਇੱਕ ਨੌਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ, ਨੌਨ ਪੋਲੀਟੀਕਲ, ਟੋਟਲੀ ਅਕੈਡਮੀਸ਼ੀਅਨਸ ਦੇ ਸਹਿਯੋਗ ਦੇ ਨਾਲ ਇਹ ਚੱਲ ਰਹੀ ਹੈ। ਸੰਗਤ ਦਾ ਸਹਿਯੋਗ, ਦਸਵੰਧ ਤੇ ਟਾਈਮ ਡਾਕਟਰ ਇੰਦਰਜੀਤ ਕੌਰ ਮੁਖੀ ਪਿੰਗਲਵਾੜਾ ਚੈਰੀਟੇਬਲ ਟਰਸਟ ਅੰਮ੍ਰਿਤਸਰ ਸਾਡੇ ਸਰਪ੍ਰਸਤ ਨੇ। ਡਾਕਟਰ SP ਸਿੰਘ ਸਾਨੂੰ ਅਗਵਾਈ ਦਿੰਦੇ ਨੇ ਐਗਜ਼ੀਕਿਊਟਿਵ ਕਮੇਟੀ ਦੇ ਵਿੱਚ। ਜਦੋਂ ਵੀ ਸਾਨੂੰ ਕੋਈ ਸਲਾਹ ਦੀ ਲੋੜ ਹੁੰਦੀ ਹੈ ਅਸੀਂ ਇਹਨਾਂ ਕੋਲ ਪਹੁੰਚਦੇ ਹਾਂ। ਸਾਡਾ ਮੁੱਖ ਉਦੇਸ਼ ਸਚਿਆਰ ਮਨੁੱਖ ਦੀ ਘਾੜਤ ਘੜਨਾ ਆ। 300 ਤੋਂ ਜ਼ਿਆਦਾ ਸਕੂਲ ਸਾਡੇ ਨਾਲ ਜੁੜੇ ਹੋਏ ਹਨ। ਤਕਰੀਬਨ 2 ਦਰਜਨ ਕਿਤਾਬਾਂ ਡਾਕਟਰ ਵਰਿੰਦਰਪਾਲ ਸਿੰਘ ਜਿਹੜੇ ਕਿ ਆਤਮ ਪ੍ਰਕਾਸ਼ ਦੇ ਚੇਅਰਮੈਨ ਨੇ, ਇਹਨਾਂ ਨੇ ਲਿਖੀਆਂ ਨੇ। ਅਸੀਂ ਆਤਮ ਪ੍ਰਕਾਸ਼ ਐਪ ਡਿਵੈਲਪ ਕੀਤੀ ਹੈ ਜਿਹਦੇ ਨਾਲ ਹਰ ਰੋਜ਼ 800 ਬੱਚਿਆਂ ਦੀ ਅਸੀਂ ਔਨਲਾਈਨ ਕਲਾਸ ਲੈਂਦੇ ਹਾਂ। ਔਨਲਾਈਨ ਕੋਚਿੰਗ ਚੱਲਦੀ ਹੈ, ਬਕਾਇਦਾ ਉਹਨਾਂ ਬੱਚਿਆਂ ਦੇ ਐਗਜ਼ਾਮ ਹੁੰਦੇ ਨੇ, ਵੈਲੂਏਸ਼ਨ ਹੁੰਦੀ ਹੈ। ਔਰ ਸਾਡੇ ਕੋਲ 50 ਤੋਂ 55 ਮੈਂਟਰ ਨੇ। ਉਹ ਮੈਂਟਰ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਜਿਹੜੇ ਉਹਨਾਂ ਬੱਚਿਆਂ ਨੂੰ ਸਚਿਆਰ ਮਨੁੱਖ ਬਣਾਉਣ ਦੇ ਵਿੱਚ ਕਾਮਯਾਬ ਹੋਣਗੇ। ਔਰ ਮੈਨੂੰ ਉਮੀਦ ਆ ਕਿ ਇਹ ਬੱਚੇ ਜਦੋਂ ਵੱਡੇ ਹੋਣਗੇ, ਬੇਸ਼ੱਕ ਅਸੀਂ ਤਾਂ ਇਸ ਦੁਨੀਆ ਦੇ ਉੱਤੇ ਨਾ ਹੋਈਏ, ਪਰ ਉਹ ਬੱਚੇ ਜ਼ਰੂਰ ਸਚਿਆਰ ਮਨੁੱਖ ਦੇ ਤੌਰ ਦੇ ਉੱਤੇ ਸਮਾਜ ਦੇ ਵਿੱਚ ਐਜ਼ ਰੋਲ ਮਾਡਲ ਵਿਚਰਨਗੇ। ਇਸ ਤੋਂ ਇਲਾਵਾ ਅਸੀਂ ਹੋਰ ਗਰੀਬ ਲੋੜਵੰਦਾਂ ਦੀ ਵੀ ਆਪਣੀ ਸਮਰੱਥਾ ਦੇ ਮੁਤਾਬਕ ਮਦਦ ਕਰਦੇ ਹਾਂ। ਇਨਵਾਇਰਮੈਂਟ ਪ੍ਰੋਟੈਕਸ਼ਨ ਲਈ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਟੈਕਨੋਲੋਜੀਜ਼ ਜਿਹੜੀਆਂ PAU ਨੇ ਡਿਵੈਲਪ ਕੀਤੀਆਂ ਨੇ, ਉਹਨਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਲੈ ਜਾਣ ਦਾ ਬੀੜਾ ਚੁੱਕਿਆ ਹੋਇਆ। ਅਸੀਂ ਇੱਕ ਬੱਸੀਆਂ ਪਿੰਡ ਰਾਏਕੋਟ ਦੇ ਕੋਲੇ ਅਡਾਪਟ ਕੀਤਾ ਹੈ। ਉਸ ਦੇ ਪਿੰਡ ਦੇ ਵਿੱਚ ਸਾਰੇ ਕਿਸਾਨਾਂ ਨੂੰ ਲੀਫ ਕਲਰ ਚਾਰਟ, ਇੱਕ ਇਹੋ ਜਿਹੀ ਡਾਇਗਨੋਸਟਿਕ ਟੈਕਨੋਲੋਜੀ ਹੈ, ਇੱਕ ਡਾਇਗਨੋਸਟਿਕ ਚਾਰਟ ਆ ਜਿਹਦੇ ਨਾਲ ਪਲਾਂਟ ਦੀ ਨਾਈਟ੍ਰੋਜਨ ਦੀ ਮੈਨੇਜਮੈਂਟ ਕੀਤੀ ਜਾਂਦੀ ਹੈ। ਫਾਲਤੂ ਨਾਈਟ੍ਰੋਜਨ ਪਲਾਂਟ ਬਿਲਕੁਲ ਨਹੀਂ ਮੰਗਦਾ। ਔਰ ਉਹਦੇ ਨਾਲ ਅਸੀਂ ਦੇਖਿਆ 75 ਕਿਲੋ ਝੋਨੇ ਦੇ ਵਿੱਚ ਪਰ ਏਕੜ ਔਰ 50 ਕਿਲੋ ਕਣਕ ਦੇ ਵਿੱਚ ਪਰ ਏਕੜ ਯੂਰੀਏ ਦੀ ਬਚਤ ਹੋਈ ਹੈ। ਔਰ ਜੇ ਅਸੀਂ 4 ਕ੍ਰੌਪਸ ਨਾਲ ਕਾਟਨ ਅਤੇ ਮੱਕੀ ਵੀ ਜੋੜ ਲਈਏ, ਪੰਜਾਬ ਦੇ ਵਿੱਚ 750 ਕਰੋੜ ਰੁਪਏ ਦਾ ਫਾਇਦਾ ਗੌਰਮੈਂਟ ਨੂੰ ਅਤੇ ਫਾਰਮਰਸ ਨੂੰ ਇਹਦੇ ਨਾਲ ਹੋ ਰਿਹਾ। ਔਰ ਇਹਦੀ ਕਾਮਯਾਬੀ ਕਿ ਅਸੀਂ ਇੱਕ ਗੂਠਾ ਛਾਪ ਕਿਸਾਨ ਨੂੰ ਵੀ ਦੱਸ ਦਿੱਤਾ, ਸਮਝਾ ਦਿੱਤਾ ਹੈ ਕਿ ਇਹ ਲੀਫ ਕਲਰ ਚਾਰਟ ਕਿਸ ਤਰੀਕੇ ਦੇ ਨਾਲ ਵਰਤਣਾ ਹੈ। ਸਪੋਰਟ ਫਾਰਮਰਸ ਪੋਰਟਲ ਆਤਮ ਪ੍ਰਕਾਸ਼ ਦੀ ਵੈਬਸਾਈਟ ਦੇ ਉੱਤੇ ਡਿਵੈਲਪ ਕੀਤਾ ਹੈ। ਔਰ ਹੁਣ ਅਸੀਂ
अपने प्रधानगी मंडल तो इस दा रस्मी उद्घाटन करन जा रहे हैं। इस तो पहला कि मैं डॉक्टर वरिंदरपाल सिंह चेयरमैन आत्म प्रकाश सोशल वैलफेयर कौंसल नूं बेनती करां कि अपना कुंजीवत भाषण देन। मैं 2-4 गल्लां तुहाडे नाल शेयर करनियां ने। इन्ना मेहनती कि अवार्ड लैण दे काबिल हो जाता है तो इन्ना जुरत वाला है कि अवार्ड लैंदा भी नहीं। किसानां दे दुखां तो निराश इनाम लैण तो ना कर दी। डॉक्टर वरिंदरपाल सिंह BSc एग्रीकल्चर दे गोल्ड मैडलिस्ट ने। ग्रैजुएट्स JRF ਲਈ कंपीट करते हैं नैशनल लैवल के उत्ते। JRF फैलोशिप ਲਈ एक तरह नाल जिद्दां UPSC का एग्जाम होंदा ना, ये अगे MSc एडमिशन दे विच MSc दे विच फैलोशिप ਲਈ कंपीट कराया जाता नैशनल लैवल के उत्ते एग्रीकल्चर दे विच। और डॉक्टर वरिंदरपाल सिंह नैशनल लैवल के उत्ते फर्स्ट स्टैंड किया इस कंपीटिटिव एग्जाम दे विच सॉयल साइंस दे विच। जिथों तक मैनू याद है इस तो पहला डॉक्टर पाल सिंह सिद्धू उन्होंने फर्स्ट स्टैंड किया सीगा इहदे विच, और उस तो बाद डॉक्टर वरिंदरपाल सिंह। होर मैनू याद नहीं, मे बी मेरा नॉलेज उन्ना अप टू डेट नहीं। ये विजिटिंग साइंटिस्ट है एट यूनिवर्सिटी ऑफ कैम्ब्रिज एंड एट नैशनल इंस्टीट्यूट ऑफ एग्रीकल्चरल बॉटनी कैम्ब्रिज UK। जिहड़ा इंडो UK प्रोजेक्ट ऑन कैम्ब्रिज इंडिया नेटवर्क फॉर ट्रांसलेशनल रिसर्च इन नाइट्रोजन मैनेजमेंट, ये प्रोजेक्ट दे विच इन्हां ने काम किया। और वो प्रोजेक्ट इत्थे बसियां दे विच भी असी इंप्लीमेंट किया। जिहड़ी मैं गल कर रहा सी कि वो UK वालियां ने भी ये प्रोजेक्ट इत्थे आके वेख्या, तो DBT के डायरैक्टर ने भी इत्थे आके ये प्रोजेक्ट वेख्या, और डायरैक्टर एग्रीकल्चर होर बहुत सारे वड्डे वड्डे अधिकारी इस अधिकारियों नूं ये प्रोजेक्ट वेखण दा मौका मिलिया। FAI गोल्ड मैडल गोल्डन जुबली अवार्ड 2020 जिहड़ा ये लैण गए सी ते उत्थे रिफ्यूज़ कर दिता स्टेज दे उत्ते। वीडियो तुसी सारिਆਂ ने वेखी है। सचियार मनुख घाड़त ते घड़ रहा है, पर नाल दी नाल एज रोल मॉडल होके विचर रहा है कि रोल मॉडल इदां दे हुंदे आ जदों साडे किसानां दे उत्ते उन्हां दी गल नहीं मन्नी जांदी, उन्हां दे उत्ते तरह तरह का अत्याचार हो रहा है, तो दिल दुखदा आ कि मैं ये अवार्ड नहीं लेना। मैं डॉक्टर वरिंदरपाल सिंह नूं बेनती करांगा कि विचार अधीन विषय के उत्ते अपना कुंजीवत भाषण दें। डॉक्टर वरिंदरपाल सिंह। आत्म प्रकाश